ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀਓ। ਆਓ ਸਭ ਤੋਂ ਪਹਿਲਾਂ ਗੁਰੂਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਪਿਆਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਜੀਵਨ ਦੇ ਬਾਰੇ ਇਹ ਵਿਖਿਆਨਾਂ ਦੀ ਲੜੀ ਹੈ। ਇਸ ਲੜੀ ਦੇ ਦੌਰਾਨ ਪਿਛਲੇ ਵਿਖਿਆਨ ਦੇ ਵਿੱਚ ਅਸੀਂ ਇਹ ਸਮਝਣ ਦਾ ਯਤਨ ਕੀਤਾ ਸੀ ਕਿ ਰਾਜਾ ਜੈ ਸਿੰਘ ਦੋ ਕਿਹੜੇ ਨੇ, ਮਿਰਜ਼ਾ ਜੈ ਸਿੰਘ ਤੇ ਸਵਾਈ ਜੈ ਸਿੰਘ। ਸੋ ਔਰੰਗਜ਼ੇਬ ਦਾ ਭੇਜਿਆ ਹੋਇਆ ਦੂਤ ਪਰਸਰਾਮ ਜਦੋਂ ਦਿੱਲੀ ਤੋਂ ਚੱਲਦਾ ਹੈ ਤੇ ਮਿਰਜ਼ਾ ਜੈ ਸਿੰਘ ਨੂੰ ਮਿਲਦਾ ਹੈ। ਇੱਧਰ ਗੁਰੂ ਘਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਕੀਰਤਪੁਰ ਸਾਹਿਬ ਜਿੰਨੀਆਂ ਵੀ ਗੁਰੂ ਪਿਤਾ ਵੱਲੋਂ ਦਿੱਤੀਆਂ ਹੋਈਆਂ ਸੇਵਾਵਾਂ ਨੇ ਜਾਂ ਜ਼ਿੰਮੇਵਾਰੀਆਂ ਨੇ ਉਹ ਨਿਭਾ ਰਹੇ ਨੇ। ਔਰੰਗਜ਼ੇਬ ਦੀ ਨੀਤੀ ਦੇ ਵਿੱਚ ਤਬਦੀਲੀ ਆਉਣ ਦੇ ਕਰਕੇ ਕਿ ਉਸਨੇ ਦਾਰੁਲ ਹਰਬ ਤੋਂ ਦਾਰੁਲ ਇਸਲਾਮ ਦੇ ਵਿੱਚ, ਜਿਸ ਵੇਲੇ ਹਿੰਦੁਸਤਾਨ ਨੂੰ ਜਾਂ ਇਸ ਦੇਸ਼ ਨੂੰ ਕਹਿ ਸਕਦੇ ਹੋ ਕਿ ਸਾਰਾ ਇਸਲਾਮਿਕ ਦੇਸ਼ ਬਣਾਉਣ ਦੇ ਵਾਸਤੇ ਬਾਕੀ ਧਰਮਾਂ ਦੇ ਉੱਪਰ ਸਖਤੀ ਆਰੰਭ ਕਰ ਦਿੱਤੀ, ਤਾਂ ਉਸ ਵੇਲੇ ਬਹੁਤ ਸਾਰੇ ਫਕੀਰ ਸੀ, ਉਹ ਵੀ ਗੁਰੂ ਸਾਹਿਬ ਦੀ ਸ਼ਰਨ ਦੇ ਵਿੱਚੋਂ ਆ ਗਏ, ਜਿਨ੍ਹਾਂ ਦੇ ਵਿੱਚ ਬਖਤ ਮੁਹੰਮਦ, ਨੂਰਦੀਨ, ਇਹ ਨਾਮ ਬੜੇ ਅਹਿਮ ਮਿਲਦੇ ਨੇ। ਔਰ ਖਾਸ ਕਰਕੇ ਜਦੋਂ ਸੈਯਦ ਸਰਮਦ ਨੂੰ ਕਤਲ ਕਰ ਦਿੱਤਾ ਗਿਆ, ਜਿਹੜਾ ਪਿੱਛੋਂ ਪਰਿਵਾਰਕ ਤੌਰ ਤੇ ਯਹੂਦੀ ਸੀ, ਬਾਅਦ ਦੇ ਵਿੱਚ ਉਸ ਪਰਿਵਾਰ ਨੇ ਇਸਲਾਮ ਧਰਮ ਨੂੰ ਧਾਰਨ ਕੀਤਾ ਤੇ ਜਿਸ ਨੂੰ ਸਰਮਦ ਕਸ਼ਾਨੀ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਕੁਝ ਸਰੋਤਾਂ ਵਿੱਚ ਸੈਯਦ ਅਹਿਮਦ ਸਰਮਦ ਵੀ ਲਿਖਿਆ ਹੈ, ਕਿਤੇ ਸੈਯਦ ਮੁਹੰਮਦ ਸਰਮਦ ਵੀ ਲਿਖਿਆ ਹੈ। ਭਾਵ ਉਹ ਫਕੀਰ ਜਿਸ ਦਾ ਸਿਰ ਕੱਟ ਦਿੱਤਾ ਗਿਆ, ਜਿਸ ਫਕੀਰ ਨੂੰ ਕਤਲ ਕਰ ਦਿੱਤਾ ਗਿਆ, ਉਸ ਦੇ ਕਤਲ ਕੀਤੇ ਜਾਣ ਤੋਂ ਬਾਅਦ ਬਹੁਤ ਸਾਰੇ ਐਸੇ ਫਕੀਰ ਸਨ ਜਿਹੜੇ ਔਰੰਗਜ਼ੇਬ ਦੇ ਰਾਜ ਦੀਆਂ ਹੱਦਾਂ ਨੂੰ ਛੱਡ ਕੇ ਬਾਹਰਲੇ ਇਲਾਕਿਆਂ ਦੇ ਵਿੱਚ ਚਲੇ ਗਏ। ਗੁਜਰਾਤ ਦੇ ਬੜੇ ਮਸ਼ਹੂਰ ਫਕੀਰ ਹੋਏ ਨੇ ਸ਼ਾਹ ਦੌਲਾ, ਜਿਨ੍ਹਾਂ ਦੀ ਵਾਰਤਾਲਾਪ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਵੀ ਹੋਈ ਸੀ। ਔਰੰਗਜ਼ੇਬ ਨੇ ਉਹਨਾਂ ਦੇ ਉੱਪਰ ਵੀ ਬਹੁਤ ਜ਼ਿਆਦਾ ਕਹਿ ਸਕਦੇ ਹੋ ਕਿ ਸਖਤੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਲਾਕੇ ਦੇ ਵਿੱਚ ਉਹਨਾਂ ਦਾ ਇੰਨਾ ਪ੍ਰਭਾਵ ਸੀ ਕਿ ਔਰੰਗਜ਼ੇਬ ਉਹਨਾਂ ਦਾ ਕੋਈ ਨੁਕਸਾਨ ਨਾ ਕਰ ਸਕਿਆ। ਸੋ ਗੁਰੂ ਹਰਕ੍ਰਿਸ਼ਨ ਮਹਾਰਾਜ ਜਦੋਂ ਕੀਰਤਪੁਰ ਸਾਹਿਬ ਵਿਖੇ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਤੇ ਜਿਹੜਾ ਨਿੱਤ ਦਾ ਕਿਰਿਆਕਰਮ ਹੈ ਉਹਦੇ ਵਿੱਚ ਜਿੱਥੇ ਹਰ ਤਰ੍ਹਾਂ ਦੀ ਸ਼ਸਤਰ ਵਿੱਦਿਆ ਦੇ ਅਭਿਆਸ ਹੁੰਦੇ ਨੇ, ਨਗਾਰੇ ਵਜਾਏ ਜਾਂਦੇ ਨੇ, ਮਰੀਜ਼ਾਂ ਦੀ ਦੇਖਭਾਲ ਕੀਤੀ ਜਾਂਦੀ ਹੈ, ਤੁਹਾਨੂੰ ਇਤਿਹਾਸ ਦੇ ਵਿੱਚ ਬਹੁਤ ਸਾਰੇ ਗੁਰੂ ਸਾਹਿਬ ਦੇ ਇਤਿਹਾਸ ਨੂੰ ਪੜ੍ਹੋਗੇ ਤਾਂ ਬਹੁਤ ਸਾਰੇ ਅਹਿਮ ਵਿਅਕਤੀਆਂ ਦਾ ਪਤਾ ਲੱਗੇਗਾ ਕਿ ਜਿਹੜੇ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਾਉਣ ਦੇ ਵਾਸਤੇ ਗੁਰੂ ਸਾਹਿਬ ਦੇ ਕੋਲ ਆਉਂਦੇ ਨੇ। ਕੁਝ ਅਹਿਮ ਵਾਪਰੀਆਂ ਹੋਈਆਂ ਘਟਨਾਵਾਂ ਉਹਨਾਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਕਿਤੇ ਨਾ ਕਿਤੇ ਇਤਿਹਾਸ ਦੇ ਉਹ ਬਹੁਤ ਵੱਡੇ ਪ੍ਰਮਾਣ ਹੋ ਨਿਬੜਦੇ ਨੇ। ਗੁਰੂ ਸਾਹਿਬ ਦਾ ਦਰਬਾਰ ਲੱਗਾ ਹੋਇਆ ਹੈ। ਉਸ ਦਰਬਾਰ ਦੇ ਵਿੱਚ ਇੱਕ ਬੜੀ ਸੋਹਣੇ ਸਿੱਖੀ ਪਹਿਰਾਵੇ ਤੇ ਸੋਹਣੀ ਦਿੱਖ ਵਾਲਾ ਵਿਅਕਤੀ ਬੈਠਾ ਹੈ, ਪਰ ਜੋ ਉਸ ਦਾ ਪਹਿਰਾਵਾ, ਜੋ ਉਸ ਦਾ ਲਿਬਾਸ ਹੈ, ਉਸ ਦੀ ਮਾਨਸਿਕਤਾ ਉਹ ਨਹੀਂ ਹੈ। ਉਸ ਦਾ ਨਾਮ ਜਸ਼ਵੰਤ ਹੈ ਤੇ ਕੰਮ ਹੈ ਚੋਰੀ ਕਰਨਾ। ਉਹ ਸੰਗਤ ਦੇ ਵਿੱਚ ਉਪਦੇਸ਼ ਸੁਣਨ ਵਾਸਤੇ ਨਹੀਂ ਆਇਆ। ਉਸ ਦਾ ਲਿਬਾਸ ਜ਼ਰੂਰ ਸੰਗਤ ਦੇ ਵਿੱਚ ਬੈਠਣ ਵਾਲਾ ਹੈ, ਉਸ ਦੀ ਦਿੱਖ ਜਿਹੜੀ ਹੈ ਉਹ ਪੂਰਨ ਸਿੱਖਾਂ ਵਾਲੀ ਹੈ, ਪਰ ਉਹਦੇ ਮਨ ਦੇ ਵਿੱਚ ਸਿੱਖੀ ਨਹੀਂ ਹੈ। ਔਰ ਇਹ ਅਕਸਰ ਸਮਾਜ ਦੇ ਵਿੱਚ ਹੁੰਦਾ ਹੈ। ਕਈ ਵਾਰੀ ਪਹਿਰਾਵਾ ਹੋਰ ਹੁੰਦਾ ਹੈ ਤੇ ਮਨੁੱਖ ਦੇ ਅੰਦਰ ਕੁਝ ਹੋਰ ਹੁੰਦਾ ਹੈ। ਇਸੇ ਕਰਕੇ ਇੱਕ ਸ਼ਾਇਰ ਨੇ ਬਹੁਤ ਪਿਆਰੀ ਗੱਲ ਲਿਖੀ ਹੈ, ਲਿਬਾਸੇ ਖਿਜ਼ਰ ਮੇਂ, ਖਿਜ਼ਰ ਕਿਹਾ ਜਾਂਦਾ ਰਸਤਾ ਦੱਸਣ ਵਾਲਾ, ਰਾਹਜ਼ਨ ਕਿਹਾ ਜਾਂਦਾ ਹੈ ਰਸਤੇ 'ਚ ਲੁੱਟਣ ਵਾਲਾ। ਲਿਬਾਸੇ ਖਿਜ਼ਰ ਮੇਂ ਜਹਾਂ ਰਾਹਜਨ ਵੀ ਘੂਮਤੇ हैं, ਜ਼ਮਾਨੇ में जीना है तो पहचान पैदा कर। ਵੈਸੇ ਬੋਧੀ ਇਤਿਹਾਸ ਦੇ ਵਿੱਚ ਇੱਕ ਬਹੁਤ ਸੋਹਣੀ ਕਹਾਣੀ ਮਿਲਦੀ ਹੈ। ਵੈਸ਼ਾਲੀ ਦੀ ਰਾਜੇ ਦੀ ਰਾਜ ਨਰਤਕੀ ਅਮਰਪਾਲੀ ਰੋਜ਼ ਰਾਜ ਦਰਬਾਰ ਦੇ ਵਿੱਚ ਜਾਂਦੀ ਹੈ ਤੇ ਨ੍ਰਿਤ ਕਰਨ ਤੋਂ ਬਾਅਦ, ਨੱਚਣ ਤੋਂ ਬਾਅਦ ਵਾਪਸ ਆਉਂਦੀ ਹੈ। ਜਦੋਂ ਜਿਸ ਰਸਤੇ ਤੋਂ ਵਾਪਸ ਆ ਰਹੀ ਹੁੰਦੀ ਹੈ, ਰਸਤੇ ਦੇ ਵਿੱਚ ਇੱਕ ਪੰਡਤ ਜੀ ਖੜੇ ਹੁੰਦੇ ਨੇ, ਧੋਤੀ, ਜਨੇਊ, ਮੱਥੇ ਟਿੱਕਾ, ਤਿਲਕ, ਸਭ ਕੁਝ, ਪਰ ਵਿਖਾਵਾ ਹੈ, ਲਿਬਾਸ ਹੈ। ਜਦੋਂ ਅਮਰਪਾਲੀ ਲੰਘਦੀ ਹੈ ਤੇ ਕੋਈ ਨਾ ਕੋਈ ਭੱਦੀ ਟਿੱਪਣੀ ਕਰਦੇ ਨੇ, ਕੌਣ ਹੈ, ਕਿੱਥੋਂ ਆਈ ਹੈ। ਇੱਕ ਦਿਨ ਬਰਦਾਸ਼ਤ ਕਰਦੀ ਹੈ, 2 ਦਿਨ ਬਰਦਾਸ਼ਤ ਕਰਦੀ ਹੈ, 3 ਦਿਨ ਬਰਦਾਸ਼ਤ ਕਰਦੀ ਹੈ, ਅਖੀਰ ਇੱਕ ਦਿਨ ਰੁਕ ਜਾਂਦੀ ਹੈ ਤੇ ਕਹਿੰਦੀ ਹੈ, ਮੈਂ ਅਮਰਪਾਲੀ ਹਾਂ, ਨੱਚਣ ਵਾਲੀ ਹਾਂ, ਰਾਜੇ ਦੇ ਦਰਬਾਰ ਦੇ ਵਿੱਚੋਂ ਨੱਚ ਕੇ ਆਈ ਹਾਂ। ਮੇਰਾ ਲਿਬਾਸ, ਮੇਰੇ ਕੇਸ, ਮੇਰਾ ਸ਼ਿੰਗਾਰ, ਮੇਰੀ ਪਾਜੇਬ, ਇਹ ਸਭ ਕੁਝ ਦੱਸ ਰਹੇ ਨੇ ਕਿ ਮੈਂ ਨੱਚਣ ਵਾਲੀ ਹਾਂ ਤੇ ਨੱਚਦੀ ਹੀ ਹਾਂ ਤੇ ਨੱਚ ਕੇ ਹੀ ਆਈ ਹੈ। ਅਫਸੋਸ ਤੇਰੇ ਤੇ ਹੈ ਕਿ ਜਿਹੜਾ ਤੇਰਾ ਲਿਬਾਸ ਹੈ ਉਹ ਤੇ ਧਾਰਮਿਕ ਹੈ, ਪਰ ਜੋ ਤੂੰ ਕਰ ਰਿਹਾ ਹੈ ਉਹ ਅਨੈਤਿਕਤਾ ਹੈ। ਸੋ ਅਕਸਰ ਇੰਜ ਹੋ ਜਾਂਦਾ ਹੈ। ਹੁਣ ਗੁਰੂ ਸਾਹਿਬ ਦੀ ਜਦੋਂ ਨਜ਼ਰ
ਉਸ ਵਿਅਕਤੀ ਦੇ ਉੱਪਰ ਪਈ ਜਿਹੜਾ ਚੋਰੀ ਕਰਦਾ ਹੈ, ਬੈਠਾ ਸੰਗਤ ਦੇ ਵਿੱਚ ਹੈ, ਲਿਬਾਸ ਸਿੱਖਾਂ ਵਾਲਾ ਹੈ। ਤੇ ਗੁਰਦੇਵ ਪਾਤਸ਼ਾਹ ਨੇ ਉਸ ਦਿਨ ਇੱਕ ਸ਼ਬਦ ਦੀ ਵਿਆਖਿਆ ਕੀਤੀ, ਆਧਾਰ ਇਸ ਗੱਲ ਨੂੰ ਰੱਖਿਆ, ਚੋਰ ਕੀ ਹਾਮਾ ਭਰੇ ਨਾ ਕੋਏ। ਇੰਨੀ ਪਿਆਰੀ ਔਰ ਇੰਨੀ ਦਿਲ ਟੁੰਬੀ ਵਿਆਖਿਆ ਕੀਤੀ ਇਸ ਸ਼ਬਦ ਦੀ ਕਿ ਹੁਣ ਉਸ ਚੋਰ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ। ਰਿਹਾ ਨਾ ਗਿਆ, ਗੁਰੂ ਸਾਹਿਬ ਦੇ ਚਰਨਾਂ ਦੇ ਉੱਪਰ ਆ ਕੇ ਸੀਸ ਝੁਕਾ ਦਿੱਤਾ ਤੇ ਬੇਨਤੀ ਕੀਤੀ ਕਿ ਪਾਤਸ਼ਾਹ, ਬੁਰੀ ਨੀਅਤ ਦੇ ਨਾਲ ਆਇਆ ਸੀ, ਤੁਸੀਂ ਆਪਣੇ ਵਿਖਿਆਨ ਦੇ ਵਿੱਚ ਮੇਰੀਆਂ ਅੱਖਾਂ ਖੋਲ ਦਿੱਤੀਆਂ ਨੇ, ਪੁਰਾਣੇ ਕੀਤੇ ਕਰਮਾਂ ਨੂੰ ਬਖਸ਼ ਦੇਵੋ, ਅੱਗੇ ਤੋਂ ਇਵੇਂ ਦੀ ਕਦੀ ਵੀ ਭੁੱਲ ਨਹੀਂ ਹੋਵੇਗੀ ਤੇ ਮੈਨੂੰ ਆਪਣੇ ਚਰਨਾਂ ਦੀ ਧੂੜ ਭਾਵ ਗੁਰਸਿੱਖੀ ਬਖਸ਼ਿਸ਼ ਕਰ ਦਿਓ। ਉਹੀ ਜਸ਼ਵੰਤ ਜਿਹੜਾ ਚੋਰ ਸੀ ਉਹ ਗੁਰੂ ਸਾਹਿਬ ਦਾ ਸ਼ਰਧਾਲੂ ਸਿੱਖ ਬਣਿਆ। ਭਾਈ ਗੇਂਦਾ ਜੀ, ਜੂਏ ਦੀ ਆਦਤ ਸੀ, ਉਸ ਨੂੰ ਆਦਤ ਛਡਾ ਦਿੱਤੀ। ਪੰਜਾਬਾ ਮਸੰਦ ਸੀ ਔਰ ਜਿਹੜੀ ਸੰਗਤ ਕਾਰ ਭੇਟਾ ਭੇਜਿਆ ਕਰਦੀ ਸੀ, ਇੱਕ ਸਮਾਂ ਤਾਂ ਉਹ ਸੀ ਜਦੋਂ ਗੁਰੂ ਸਾਹਿਬ ਨੇ ਬਿਲਕੁਲ ਬੰਦ ਕਰ ਦਿੱਤੀ, ਪਰ ਇਹ ਉਹਦੇ ਤੋਂ ਪਹਿਲਾਂ ਦੀ ਗੱਲ ਹੈ। ਉਹ ਕਾਰ ਭੇਟਾਂ ਦੇ ਵਿੱਚੋਂ ਪੈਸੇ ਰੱਖ ਲਿਆ ਕਰਦਾ ਸੀ ਤੇ ਗੁਰੂ ਸਾਹਿਬ ਨੇ ਉਸ ਦਿਨ ਵੀ, ਜਿਸ ਦਿਨ ਪੰਜਾਬਾ ਆ ਕੇ ਬੈਠਾ ਹੈ, ਸੰਗਤ ਦੇ ਵਿੱਚ ਬਾਲਾ ਪ੍ਰੀਤਮ ਨੇ ਇੰਨਾ ਪਿਆਰਾ ਵਿਖਿਆਨ ਕੀਤਾ ਨਾ, ਉਹਦੇ ਵਿੱਚ ਇਹ ਸਮਝਾਉਣ ਦਾ ਯਤਨ ਕੀਤਾ ਕਿ ਜਿਹੜਾ ਗੁਰੂ ਦਾ ਧਨ ਹੈ ਉਹ ਬਿੱਖ ਸਮਾਨ ਹੈ। ਪੰਜਾਬੇ ਨੂੰ ਵੀ ਸਹੀ ਮਾਰਗ ਦੇ ਉੱਪਰ ਆਉਣਾ ਪਿਆ। ਗੁਰੂ ਸਾਹਿਬ ਦੇ ਦੀਦਾਰ ਕਰਨ ਦੇ ਵਾਸਤੇ ਰੋਪੜ ਦਾ ਸ਼ਾਹੂਕਾਰ ਰਾਮਾ ਆਇਆ। ਕੁਝ ਇਤਿਹਾਸਕਾਰਾਂ ਨੇ ਉਸ ਦਾ ਨਾਮ ਰਾਜਾ ਰਾਮ ਵੀ ਲਿਖਿਆ, ਕੁਝ ਨੇ ਉਸ ਦਾ ਨਾਮ ਰਾਮਾ ਲਿਖਿਆ। ਆਇਆ, ਸ਼ਾਹੂਕਾਰ ਸੀ, ਅਮੀਰ ਸੀ। ਗੁਰੂ ਸਾਹਿਬ ਨੇ ਦੀਦਾਰ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਸੰਗਤ ਦੇ ਵਿੱਚ ਆਉਂਦੇ ਨੂੰ ਇੱਕ ਸਿੱਖ ਦੇ ਰਾਹੀਂ ਇਹ ਗੱਲ ਅਖਵਾ ਦਿੱਤੀ ਕਿ ਕੁੜੀ ਮਾਰ ਗੁਰੂ ਦੀ ਸੰਗਤ ਦੇ ਵਿੱਚ ਨਹੀਂ ਆ ਸਕਦਾ। ਇਤਿਹਾਸ ਨੂੰ ਪੜ੍ਹ ਕੇ ਵੇਖੀਏ, ਔਰਤ ਦੇ ਬਾਰੇ ਜੋ ਗੁਰਦੇਵ ਪਾਤਸ਼ਾਹ ਨੇ ਜਿੰਨਾ ਸਨਮਾਨ ਸਾਹਿਤ ਫਰਮਾਨ ਜਾਰੀ ਕੀਤਾ ਹੈ ਕਿ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਕਿਸੇ ਸਮੇਂ ਉਹ ਪਰੰਪਰਾ ਵੀ ਸੀ ਕਿ ਜੇਕਰ ਜਵਾਨ ਉਮਰ ਦੇ ਵਿੱਚ ਪਤੀ ਦੀ ਮੌਤ ਹੋ ਜਾਂਦੀ ਸੀ ਤਾਂ ਔਰਤ ਨੂੰ ਚਿਤਾ ਦੇ ਉੱਪਰ ਸੜਨ ਦੇ ਵਾਸਤੇ ਮਜਬੂਰ ਕੀਤਾ ਜਾਂਦਾ ਸੀ। ਔਰ ਇਸ ਸਤੀ ਪ੍ਰਥਾ ਦੇ ਖਿਲਾਫ ਜੇਕਰ ਹਿੰਦੁਸਤਾਨ ਦੇ ਵਿੱਚ ਸਭ ਤੋਂ ਪਹਿਲਾਂ ਆਵਾਜ਼ ਉੱਠੀ ਹੈ ਤੇ ਉਹ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਨੇ ਉਠਾਈ ਹੈ। ਅੰਗਰੇਜ਼ਾਂ ਨੇ ਬਾਅਦ ਦੇ ਵਿੱਚ ਕਾਨੂੰਨ ਜ਼ਰੂਰ ਬਣਾਇਆ ਕਿ ਸਤੀ ਪ੍ਰਥਾ ਦੇ ਉੱਪਰ ਬੈਨ ਲੱਗਾ ਹੈ, ਪਰ ਸਭ ਤੋਂ ਪਹਿਲਾਂ ਜੇਕਰ ਆਵਾਜ਼ ਉਠਾ ਕੇ ਇੱਕ ਕਹਿ ਸਕਦੇ ਹੋ ਕਿ ਦੁਨੀਆ ਦੇ ਵਿੱਚ ਇਸ ਪ੍ਰਥਾ ਨੂੰ, ਜਿਸ ਦੇ ਵਿੱਚ ਔਰਤ ਨੂੰ ਪਤੀ ਦੇ ਨਾਲ ਜ਼ਬਰਦਸਤੀ ਜਲਾ ਦਿੱਤਾ ਜਾਂਦਾ ਸੀ, ਜੇ ਉਸ ਦੇ ਖਿਲਾਫ ਆਵਾਜ਼ ਉਠਾਈ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ। ਉਸ ਤੋਂ ਬਾਅਦ ਜੇਕਰ ਗੁਰੂ ਘਰ ਦੇ ਵਿੱਚ ਇਹ ਪਰੰਪਰਾ ਲਗਾਤਾਰ ਇਕਸਾਰ ਚੱਲਦੀ ਰਹੀ ਹੈ ਕਿ ਕੁੜੀ ਮਾਰ ਨੂੰ ਗੁਰੂ ਘਰ ਦੇ ਵਿੱਚ ਸਤਿਕਾਰ ਨਹੀਂ ਦਿੱਤਾ ਗਿਆ। ਇਤਿਹਾਸ ਦੇ ਵਿੱਚ ਮੈਂ ਕਈ ਵਾਰੀ ਅਕਸਰ ਗੱਲ ਸਾਂਝੀ ਕਰਦਾ ਹੁੰਦਾ ਕਿ ਉਹ ਸਮਾਂ ਸੀ ਜਦੋਂ 1 2 3 ਬੱਚੀਆਂ ਨੇ ਜਨਮ ਲੈ ਲੈਣਾ ਤੇ ਜਦੋਂ ਪਤਾ ਲੱਗਣਾ ਕਿ ਲੜਕਾ ਨਹੀਂ ਹੋਇਆ ਤੇ ਲੜਕੀ ਨੂੰ ਅਕਸਰ ਸਾਡੇ ਕੁਝ ਸਰੋਤਾਂ 'ਚ ਜ਼ਿਕਰ ਮਿਲਦਾ ਹੈ ਜਿਹੜੇ ਔਸ਼ਧੀ ਵਿਗਿਆਨ ਦੇ ਨਾਲ ਵੀ ਸੰਬੰਧ ਰੱਖਦੇ ਨੇ ਕਿ ਜਦੋਂ ਬੱਚੀ ਜਨਮ ਹੀ ਲੈਂਦੀ ਸੀ ਤੇ ਉਸ ਨੂੰ ਫੀਮ ਦੇ ਕੇ ਕਿਸੇ ਭਾਂਡੇ ਦੇ ਵਿੱਚ ਪਾ ਕੇ ਜ਼ਮੀਨ 'ਚ ਦੱਬ ਦਿੱਤਾ ਜਾਂਦਾ ਸੀ। ਉਹ ਨਸ਼ੇ ਦੇ ਵਿੱਚ ਹੌਲੀ ਹੌਲੀ ਉਸ ਦੀ ਮੌਤ ਹੋ ਜਾਂਦੀ ਸੀ। ਜੇ ਕਿਤੇ ਤੁਹਾਨੂੰ ਇਤਿਹਾਸ ਨੂੰ ਪੜ੍ਹਨ ਦਾ ਮੌਕਾ ਮਿਲੇ ਤਾਂ ਜੀਂਦ ਦੇ ਰਾਜੇ ਗਜਪਤ ਸਿੰਘ ਨੇ, ਉਹਦੇ ਘਰ ਵੀ ਲੜਕੀ ਹੋਈ ਤੇ ਉਸ ਨੂੰ ਦਫਨ ਕਰ ਦਿੱਤਾ ਘੜੇ ਦੇ ਵਿੱਚ। ਤੇ ਅਜੇ ਦਫਨ ਕਰਕੇ ਆਇਆ ਸੀ ਤੇ ਘਰ ਬਾਬਾ ਗੁੱਦੜ ਸਿੰਘ ਜੀ ਆ ਗਏ ਤੇ ਕੁਦਰਤਨ ਬੜੇ ਰੂਹਾਨੀ ਤਬੀਅਤ ਦੇ ਮਾਲਕ ਸੀ। ਜਦੋਂ ਉਹਨਾਂ ਦੇ ਵਾਸਤੇ ਪ੍ਰਸ਼ਾਦਾ ਲਿਆਉਣ ਲੱਗੇ ਤੇ ਕਹਿੰਦੇ ਵੀ ਤੇਰੇ ਘਰ ਦਾ ਪ੍ਰਸ਼ਾਦਾ ਨਹੀਂ ਛਕਣਾ, ਜਿਸ ਨੂੰ ਦੱਬ ਕੇ ਆ ਜ਼ਮੀਨ ਦੇ ਵਿੱਚ ਪਹਿਲਾਂ ਉਸ ਨੂੰ ਕੱਢ ਕੇ ਲੈ ਕੇ ਆ। ਉਸ ਬੱਚੀ ਨੂੰ ਕੱਢ ਕੇ ਲਿਆਂਦਾ ਕੁਦਰਤੀ, ਜਦੋਂ ਅਜੇ ਥੋੜਾ ਹੀ ਸਮਾਂ ਹੋਇਆ ਸੀ, ਅਜੇ ਉਹਦੇ ਸਵਾਸ ਚੱਲ ਰਹੇ ਸੀ, ਉਹਦੇ ਮੂੰਹ ਦੇ ਵਿੱਚ ਪਾਣੀ ਦੀਆਂ ਬੂੰਦਾਂ ਪਾਈਆਂ, ਬੱਚੀ ਦੀ ਜਾਨ ਬਚ ਗਈ। ਨਾਮ ਰਾਜ ਕੌਰ ਰੱਖਿਆ ਗਿਆ ਤੇ ਇਹ ਉਹੀ ਰਾਜ ਕੌਰ ਹੈ ਜਿਸ ਦਾ ਆਨੰਦ ਕਾਰਜ ਭਾਈ ਮਹਾਂ ਸਿੰਘ ਦੇ ਨਾਲ ਹੋਇਆ ਤੇ ਜਿਹਦੀ ਕੁੱਖ ਦੇ ਵਿੱਚੋਂ ਸ਼ੇਰੇ ਪੰਜਾਬ ਰਣਜੀਤ ਸਿੰਘ ਪੈਦਾ ਹੋਇਆ। ਸੋ ਜੇ ਕਿਤੇ ਉਹ ਬੱਚੀ ਵੀ ਫੀਮੇਲ ਫੀਟੀਸਾਈਡ, ਜੇ ਕਿਤੇ ਉਹ ਬੱਚੀ ਵੀ ਭਰੂਣ ਹੱਤਿਆ ਦੀ ਭੇਟ ਜਾਂ ਫਿਰ ਕੁੜੀ ਮਾਰ ਦੀ ਭੇਟ ਚੜ ਜਾਂਦੀ ਹੈ ਇਸ ਪ੍ਰਥਾ ਦੀ, ਤੇ ਸ਼ਾਇਦ ਰਣਜੀਤ ਸਿੰਘ ਨੂੰ ਜਨਮ ਦੇਣ ਵਾਲੀ ਕੋਈ ਕੁੱਖ ਨਾ ਹੁੰਦੀ। ਸੋ ਜਦੋਂ ਇਹ ਪੰਡਤ ਆਇਆ ਗੁਰੂ ਦੇ ਦਰਬਾਰ ਦੇ ਵਿੱਚ ਤੇ ਗੁਰੂ ਪਾਤਸ਼ਾਹ ਨੇ ਸਪਸ਼ਟ ਕਹਿ ਦਿੱਤਾ ਕਿ ਜੇ ਇਹ ਅੱਗੇ ਤੋਂ ਕੁੜੀ ਮਾਰਨ ਦੇ ਬਾਰੇ ਪ੍ਰਣ ਨਹੀਂ ਕਰਦਾ ਤਾਂ ਇਸ ਨੂੰ ਸੰਗਤ ਦੇ ਵਿੱਚ ਆਉਣ ਦੀ ਇਜਾਜ਼ਤ ਹੈ,
ਪਰ ਇਸ ਨੇ ਪਹਿਲਾਂ ਬੱਚੀ ਦਾ ਕਤਲ ਕੀਤਾ ਹੈ, ਇਹ ਕੁੜੀ ਮਾਰ ਹੈ। ਗੁਰੂ ਸਾਹਿਬ ਨੇ ਬਹੁਤ ਪਿਆਰੇ ਪ੍ਰਮਾਣ ਦੇ ਕੇ ਉਸ ਨੂੰ ਬੱਚੀਆਂ ਦੀ ਸਮਾਜ ਦੇ ਵਿੱਚ ਤੇ ਇਸ ਜਗਤ ਦੇ ਵਿੱਚ ਭੂਮਿਕਾ ਦੇ ਬਾਰੇ ਸਮਝਾਇਆ, ਤੇ ਉਹ ਜਿਹੜਾ ਸੀ ਉਹ ਵੀ ਗੁਰੂ ਸਾਹਿਬ ਦਾ ਉਪਦੇਸ਼ ਲੈ ਕੇ ਸਿੱਖ ਬਣਿਆ। ਸੋ ਇਸ ਤਰ੍ਹਾਂ ਦੇ ਨਾਲ ਬਹੁਤ ਸਾਰੀ ਸੰਗਤ ਇੰਨੀ ਅਲਪ ਆਯੂ ਦੇ ਵਿੱਚ, ਜਿਨ੍ਹਾਂ ਨੂੰ ਅਸੀਂ ਬਾਲਾ ਪ੍ਰੀਤਮ, ਬੜੀ ਵੱਖਰੀ ਗੱਲ ਹੈ, ਬਾਲ ਨੂੰ ਕਿਹਾ ਜਾਂਦਾ ਬੱਚੇ ਨੂੰ, ਪ੍ਰੀਤਮ ਪਰਮਾਤਮਾ ਦਾ ਰੂਪ, ਕਿ ਪਰਮਾਤਮਾ ਦੇ ਰੂਪ ਇੰਨੀ ਛੋਟੀ ਆਯੂ ਦੇ ਵਿੱਚ ਤੇ ਵੱਖ-ਵੱਖ ਜਗ੍ਹਾ ਤੋਂ ਸੰਗਤ ਆਉਂਦੀ ਹੈ ਤੇ ਗੁਰਦੇਵ ਪਾਤਸ਼ਾਹ ਦੇ ਦੀਦਾਰ ਕਰਕੇ ਜਾਂ ਫਿਰ ਉਹਨਾਂ ਦੇ ਵਿਖਿਆਨਾਂ ਤੋਂ ਪ੍ਰਸੰਨ ਹੋ ਕੇ ਜਾਂਦੀ ਹੈ। ਸੋ ਅਗਲੇ ਸਮੇਂ ਦੇ ਵਿੱਚ, ਅਗਲੇ ਵਿਖਿਆਨ ਦੇ ਵਿੱਚ ਗੁਰੂ ਸਾਹਿਬ ਦੇ ਜੀਵਨ ਦੇ ਵਿੱਚੋਂ ਕੁਝ ਹੋਰ ਅੰਸ਼ ਸਾਂਝੇ ਕਰਨ ਦਾ ਯਤਨ ਕਰਾਂਗਾ। ਇੰਨੀਆਂ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ, ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।